ਕਹਿੰਦੇ ਹਨ, ਪਤੀ ਦੇ ਬਿਨਾਂ ਇੱਕ ਔਰਤ ਦੀ ਜ਼ਿੰਦਗੀ ਕਾਗਜ਼ ਦੇ ਫੁੱਲ ਦੀ ਤਰ੍ਹਾਂ ਹੁੰਦੀ ਹੈ। ਹਰ ਔਰਤ ਰੱਬ ਤੋਂ ਆਪਣੇ ਪਤੀ ਦੀ ਲੰਬੀ ਉਮਰ ਦੀ ਦੁਆ ਕਰਦੀ ਹੈ, ਕਿਉਂਕਿ ਔਰਤ ਆਪਣੇ ਆਪ ਨੂੰ ਪਤੀ ਤੋਂ ਬਿਨਾਂ ਲਵਾਰਸ ਤੇ ਬੇਬਸ ਸਮਝਦੀ ਹੈ। ਪਰ ਮੈਂ ਇੱਕ ਅਜਿਹੀ ਔਰਤ ਹਾਂ ਜੋ ਆਪਣੇ ਪਤੀ ਤੋਂ ਬਗੈਰ ਹੀ ਖੁਦ ਨੂੰ ਬਿਹਤਰ ਸਮਝਦੀ ਹਾਂ। ਤੁਹਾਨੂੰ ਮੇਰੀ ਕਹਾਣੀ ਥੋੜ੍ਹੀ ਅਜੀਬ ਜ਼ਰੂਰ ਲੱਗ ਰਹੀ ਹੋਵੇਗੀ ਤੇ ਹੁਣ ਤੱਕ ਤੁਹਾਡੇ ਮਨ ਵਿੱਚ ਮੇਰੇ ਪ੍ਰਤੀ ਕਈ ਸਵਾਲ ਹੋਣਗੇ ਕਿ ਇਹ ਔਰਤ ਕਿਹੋ ਜਿਹੀ ਹੈ। ਪਰ ਕੁਝ ਵੀ ਕਹਿਣ ਤੋਂ ਪਹਿਲਾਂ ਇਹ ਕਹਾਣੀ ਪੂਰੀ ਜ਼ਰੂਰ ਸੁਣਿਓ। ਮੇਰਾ ਬਚਪਨ ਬਹੁਤ ਖੂਬਸੂਰਤ ਬੀਤਿਆ। ਮੈਂ ਮਾਪਿਆਂ ਦੀ ਇਕਲੌਤੀ ਧੀ ਸੀ। ਮੇਰਾ ਕੋਈ ਭਰਾ ਨਹੀਂ ਸੀ। ਮੈਂ ਆਪਣੇ ਮਾਪਿਆਂ ਦੀ ਪਹਿਲੀ ਔਲਾਦ ਸੀ, ਇਸ ਲਈ ਬਚ ਗਈ। ਨਹੀਂ ਤਾਂ ਜੇ ਮੇਰੇ ਪਾਪਾ ਨੂੰ ਪਤਾ ਚੱਲ ਜਾਂਦਾ ਕਿ ਮਾਂ ਦੇ ਪੇਟ ਵਿੱਚ ਮੈਂ ਇੱਕ ਬੇਟੀ ਹਾਂ ਤਾਂ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਸ਼ਾਇਦ ਮੈਨੂੰ ਮਾਂ ਦੇ ਪੇਟ ਵਿੱਚ ਹੀ ਮਾਰ ਦੇਣਾ ਸੀ। ਪਹਿਲੀ ਔਲਾਦ ਹੋਣ ਕਰਕੇ ਮੈਂ ਇਸ ਦੁਨੀਆ ਵਿੱਚ ਆ ਗਈ। ਮੇਰੇ ਪੈਦਾ ਹੋਣ 'ਤੇ ਮਾਂ ਤਾਂ ਬਹੁਤ ਖੁਸ਼ ਹੋਈ, ਪਰ ਪਾਪਾ ਨੂੰ ਕੋਈ ਖੁਸ਼ੀ ਨਹੀਂ ਹੋਈ। ਉਹਨਾਂ ਦੇ ਤਾਂ ਚਿਹਰੇ ਦਾ ਰੰਗ ਹੀ ਉੱਡ ਗਿਆ ਸੀ। ਇਹ ਗੱਲਾਂ ਮਰਨ ਤੋਂ ਪਹਿਲਾਂ ਮੇਰੀ ਮਾਂ ਨੇ ਮੈਨੂੰ ਦੱਸੀਆਂ ਸਨ, ਕਿਉਂਕਿ ਉਹ ਮੇਰੇ ਪਾਪਾ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਤੇ ਉਹ ਮੈਨੂੰ ਵੀ ਉਹਨਾਂ ਦੇ ਵਿਵਹਾਰ ਦੀ ਸੱਚਾਈ ਤੋਂ ਜਾਣੂ ਕਰਵਾਉਣਾ ਚਾਹੁੰਦੀ ਸੀ। ਇਸ ਲਈ ਮੇਰੇ ਪੈਦਾ ਹੋਣ ਤੋਂ ਬਾਅਦ ਜਦੋਂ ਵੀ ਮੇਰੀ ਮਾਂ ਪ੍ਰੈਗਨੈਂਟ ਹੁੰਦੀ ਤਾਂ ਮੇਰੇ ਪਾਪਾ ਜਾਂਚ ਕਰਵਾ ਲੈਂਦੇ ਤੇ ਹਰ ਵਾਰ ਕੁੜੀ ਹੀ ਹੁੰਦੀ, ਜਿਸ ਕਰਕੇ ਉਸ ਨੂੰ ਮਾਂ ਦੇ ਪੇਟ ਵਿੱਚ ਹੀ ਮਰਵਾ ਦਿੰਦੇ। ਇਸ ਲਈ ਮੈਂ ਆਪਣੇ ਮਾਂ-ਪਿਓ ਦੀ ਇਕਲੌਤੀ ਔਲਾਦ ਰਹਿ ਗਈ। ਜਦੋਂ ਮੈਂ 12 ਸਾਲ ਦੀ ਹੋਈ ਤਾਂ ਮਾਂ ਦੀ ਤਬੀਅਤ ਵਿਗੜਨ ਲੱਗੀ। ਇੱਕ ਦਿਨ ਅਚਾਨਕ ਮੇਰੀ ਮਾਂ ਇਹ ਦੁਨੀਆ ਛੱਡ ਕੇ ਚਲੀ ਗਈ। ਕੁਝ ਸਮੇਂ ਬਾਅਦ ਪਾਪਾ ਨੇ ਦੂਜਾ ਵਿਆਹ ਕਰਵਾ ਲਿਆ। ਮੇਰੀ ਮਤਰੇਈ ਮਾਂ ਘਰ ਆਈ। ਹਰ ਮਤਰੇਈ ਮਾਂ ਬੁਰੀ ਨਹੀਂ ਹੁੰਦੀ, ਪਰ ਮੇਰੀ ਮਤਰੇਈ ਮਾਂ ਤਾਂ ਬਹੁਤ ਬੁਰੀ ਸੀ। ਪਾਪਾ ਤਾਂ ਨਫ਼ਰਤ ਕਰਦੇ ਹੀ ਸੀ, ਮੇਰੀ ਮਤਰੇਈ ਮਾਂ ਵੀ ਮੈਨੂੰ ਨਫ਼ਰਤ ਕਰਨ ਲੱਗੀ। ਹਜੇ ਮੈਂ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖਿਆ ਹੀ ਸੀ, ਉਹਨਾਂ ਦੋਨਾਂ ਨੇ ਮੇਰਾ ਵਿਆਹ ਕਾਫੀ ਵੱਡੇ ਆਦਮੀ ਨਾਲ ਕਰਵਾ ਦਿੱਤਾ। ਫਿਰ ਵੀ ਮੈਂ ਆਪਣੇ ਤੋਂ ਵੱਡੀ ਉਮਰ ਦੇ ਆਦਮੀ ਨਾਲ ਵਿਆਹ ਕਰਕੇ ਸਮਝੌਤਾ ਕਰ ਲਿਆ। ਮੈਂ ਸੋਚਿਆ ਕਿ ਕੀ ਹੋਇਆ ਜੇ ਮੇਰਾ ਪਤੀ ਮੈਥੋਂ ਵੱਡਾ ਹੈ, ਪਰ ਜੇ ਉਹਨਾਂ ਦੀ ਸੋਚ ਵਧੀਆ ਹੋਵੇਗੀ ਤਾਂ ਸਭ ਕੁਝ ਵਧੀਆ ਹੋ ਜਾਵੇਗਾ। ਇਸੇ ਸੋਚ ਵਿਚਾਰ ਨਾਲ ਮੈਂ ਸਸੁਰਾਲ ਆਈ। ਮੈਂ ਦਿਖਣ ਵਿੱਚ ਬਹੁਤ ਸੋਹਣੀ ਸੀ ਤੇ ਵਿਆਹ ਵਾਲੇ ਦਿਨ ਤਾਂ ਮੇਰੀ ਖੂਬਸੂਰਤੀ ਵਿੱਚ ਹੋਰ ਵੀ ਨਿਖਾਰ ਆ ਗਿਆ ਸੀ। ਮੈਂ ਕਮਰੇ ਵਿੱਚ ਪਤੀ ਦਾ ਇੰਤਜ਼ਾਰ ਕਰ ਰਹੀ ਸੀ, ਪਰ ਕਾਫੀ ਦੇਰ ਹੋ ਗਈ, ਰਵੀ ਕਮਰੇ ਵਿੱਚ ਨਹੀਂ ਆਏ। ਮੇਰਾ ਮਨ ਬੇਚੈਨ ਹੋ ਰਿਹਾ ਸੀ। ਕਾਫੀ ਰਾਤ ਹੋ ਚੁੱਕੀ ਸੀ। ਫਿਰ ਅਚਾਨਕ ਦਰਵਾਜ਼ਾ ਖੋਲ੍ਹਣ ਦੀ ਆਵਾਜ਼ ਆਈ ਤਾਂ ਮੈਂ ਡਰ ਗਈ। ਇਹ ਤਾਂ ਰਵੀ ਸੀ। ਮੈਨੂੰ ਲੱਗ ਰਿਹਾ ਸੀ ਕਿ ਮਾਂ ਤੋਂ ਬਾਅਦ ਪਤੀ ਹੀ ਹੋਵੇਗਾ ਜਿਸ ਨੂੰ ਮੈਂ ਆਪਣਾ ਕਹਿ ਸਕਾਂਗੀ ਤੇ ਉਹ ਵੀ ਮੈਨੂੰ ਪਿਆਰ ਕਰਨਗੇ। ਮੈਂ ਇਹੀ ਸੋਚ ਰਹੀ ਸੀ। ਰਵੀ ਨੇ ਮੇਰੇ ਕੋਲ ਆ ਕੇ ਕਿਹਾ, ਪਹਿਲਾਂ ਤਾਂ ਇਹ ਦੱਸ ਕਿ ਤੂੰ ਇੰਨੀ ਸੋਹਣੀ ਹੈ, ਕਿੰਨੇ ਆਸ਼ਿਕ ਸੀ ਤੇਰੇ। ਇਹ ਸੁਣ ਕੇ ਮੈਂ ਉੱਥੋਂ ਖੜੀ ਹੋ ਗਈ। ਮੈਂ ਕਿਹਾ, ਇਹ ਕੀ ਕਹਿ ਰਹੇ ਹੋ? ਸੋਹਣਾ ਹੋਣਾ ਕੀ ਗਲਤ ਹੈ? ਰਵੀ ਨੇ ਕਿਹਾ, ਗਲਤ ਤਾਂ ਨਹੀਂ, ਪਰ ਤੂੰ ਜਿੰਨੀ ਸੋਹਣੀ ਹੈ ਮੈਂ ਓਨਾ ਹੀ ਬਦਸੂਰਤ। ਫਿਰ ਤੂੰ ਮੇਰੇ ਨਾਲ ਵਿਆਹ ਕਰਨ ਲਈ ਕਿਵੇਂ ਤਿਆਰ ਹੋ ਗਈ? ਮੈਂ ਕਿਹਾ, ਮੇਰੇ ਘਰ ਵਾਲਿਆਂ ਨੇ ਵਿਆਹ ਕਰਵਾਇਆ। ਪਰ ਰਵੀ ਕਹਿਣ ਲੱਗੇ ਕਿ ਮੈਂ ਮੰਨ ਨਹੀਂ ਸਕਦਾ। ਜ਼ਰੂਰ ਤੇਰਾ ਕਿਸੇ ਮੁੰਡੇ ਨਾਲ ਚੱਕਰ ਹੋਵੇਗਾ, ਤਾਂ ਹੀ ਤੇਰੇ ਘਰਦਿਆਂ ਨੇ ਜਲਦੀ ਤੇਰਾ ਵਿਆਹ ਮੇਰੇ ਨਾਲ ਕਰਵਾ ਦਿੱਤਾ। ਮੈਂ ਆਪਣੇ ਪਤੀ ਦੇ ਪੈਰਾਂ 'ਤੇ ਡਿੱਗ ਪਈ ਕਿ ਅਜਿਹਾ ਕੁਝ ਨਹੀਂ ਹੈ, ਰੱਬ ਦਾ ਵਾਸਤਾ ਅਜਿਹਾ ਨਾ ਕਹੋ। ਪਰ ਰਵੀ ਤਾਂ ਮੇਰੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ। ਉਹ ਬਹੁਤ ਉੱਚੀ ਬੋਲ ਰਿਹਾ ਸੀ। ਉਸਦੀ ਆਵਾਜ਼ ਸੁਣ ਕੇ ਮੇਰੀ ਸੱਸ ਉੱਥੇ ਆ ਗਈ। ਮੈਂ ਦਰਵਾਜ਼ਾ ਖੋਲ੍ਹਿਆ ਤੇ ਆਪਣੀ ਸੱਸ ਨੂੰ ਸਾਰੀ ਗੱਲ ਦੱਸੀ। ਮੇਰੀ ਸੱਸ ਬਹੁਤ ਚੰਗੀ ਸੀ। ਉਹਨਾਂ ਨੇ ਆਪਣੀ ਬੇਟੀ ਨੂੰ ਸਮਝਾਇਆ, ਪਰ ਰਵੀ ਨੇ ਕਹਿ ਰਿਹਾ ਸੀ ਕਿ ਇਹ ਔਰਤ ਬਦਚਲਨ ਹੈ। ਦਰਅਸਲ ਰਵੀ ਇੱਕ ਨਸ਼ੇੜੀ ਸੀ। ਉਸਦਾ ਉੱਠਣਾ ਬੈਠਣਾ ਵੀ ਆਪਣੇ ਵਰਗੇ ਲੋਕਾਂ ਨਾਲ ਹੀ ਸੀ। ਉਹਨਾਂ ਵਿੱਚੋਂ ਕਿਸੇ ਨੇ ਉਸਨੂੰ ਭੜਕਾਇਆ ਸੀ ਕਿ ਤੇਰੀ ਪਤਨੀ ਇੰਨੀ ਸੋਹਣੀ ਹੈ, ਜ਼ਰੂਰ ਉਸ ਵਿੱਚ ਕੋਈ ਕਮੀ ਹੋਵੇਗੀ, ਨਹੀਂ ਤਾਂ ਤੇਰੇ ਨਾਲ ਕਦੇ ਵਿਆਹ ਨਾ ਕਰਦੀ। ਉਸਨੇ ਆਪਣੇ ਘਰਦਿਆਂ ਦਾ ਇੱਕ ਵਾਰ ਵੀ ਵਿਰੋਧ ਨਹੀਂ ਕੀਤਾ ਤੇ ਤੇਰੇ ਨਾਲ ਵਿਆਹ ਕਰ ਲਿਆ। ਜ਼ਰੂਰ ਦਾਲ ਵਿੱਚ ਕੁਝ ਕਾਲਾ ਹੈ। ਇਹੀ ਗੱਲ ਰਵੀ ਦੇ ਦਿਲ ਵਿੱਚ ਬੈਠ ਗਈ ਤੇ ਉਹ ਰਾਤ ਤਾਂ ਕਿਸੇ ਤਰ੍ਹਾਂ ਨਿਕਲ ਗਈ। ਅਗਲੀ ਰਾਤ ਹਰ ਰਾਤ ਰਵੀ ਸ਼ਰਾਬ ਪੀ ਕੇ ਆਉਂਦਾ। ਪਹਿਲਾਂ ਮੈਨੂੰ ਖਰੀ ਖੋਟੀ ਸੁਣਾਉਂਦਾ ਤੇ ਫਿਰ ਆਪਣੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਦਾ ਤੇ ਫਿਰ ਮੈਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੰਦਾ। ਮੈਂ ਹਰ ਰੋਜ਼ ਇਹ ਪੀੜ ਬਰਦਾਸ਼ਤ ਕਰਦੀ। ਕਦੇ ਮੇਰਾ ਮਨ ਕਰਦਾ ਕਿ ਅਜਿਹੀ ਜ਼ਿੰਦਗੀ ਤੋਂ ਤਾਂ ਚੰਗਾ ਹੈ ਕਿ ਮੈਂ ਮਰ ਜਾਵਾਂ ਤੇ ਜਾਂ ਰਵੀ। ਮੇਰੀ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਰ ਰਹੀ ਸੀ ਕਿ ਇੱਕ ਦਿਨ ਮੈਨੂੰ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ। ਇਹ ਜਾਣ ਕੇ ਮੇਰੇ ਤਾਂ ਚਿਹਰੇ ਦਾ ਰੰਗ ਉੱਡ ਗਿਆ, ਕਿਉਂਕਿ ਰਵੀ ਵਰਗੇ ਪਿਤਾ ਦੀ ਛਾਂ ਹੇਠ ਮੈਂ ਆਪਣੇ ਬੱਚੇ ਨੂੰ ਜਨਮ ਦੇ ਕੇ ਉਸਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਸੀ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਇਸ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ, ਪਰ ਮੇਰੀ ਸੱਸ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਮੈਂ ਇਕੱਲੀ ਹੀ ਅਬੋਰਸ਼ਨ ਕਰਵਾਉਣ ਲਈ ਹਸਪਤਾਲ ਚਲੀ ਗਈ, ਪਰ ਡਾਕਟਰ ਨੇ ਵੀ ਅਬੋਰਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ, ਕਿਉਂਕਿ ਇਸ ਨਾਲ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਸੀ। ਇਹ ਸੁਣ ਕੇ ਮੈਂ ਬਹੁਤ ਰੋਈ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਇਹ ਬੱਚਾ ਇਸ ਦੁਨੀਆ ਵਿੱਚ ਆਵੇ, ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਹਸਪਤਾਲ 'ਚ ਆਉਂਦੇ ਸਮੇਂ ਮੇਰੀ ਮੁਲਾਕਾਤ ਅਜਿਹੇ ਇਨਸਾਨ ਨਾਲ ਹੋਈ ਜਿਸ ਨੂੰ ਦੇਖਣ ਤੋਂ ਬਾਅਦ ਮੈਨੂੰ ਮੇਰੀ ਤਾਂ ਦੁਨੀਆ ਹੀ ਬਦਲ ਗਈ। ਸਾਲਾਂ ਬਾਅਦ ਅਜੇ ਨੂੰ ਦੇਖਦੇ ਹੀ ਮੇਰੇ ਚਿਹਰੇ ਦਾ ਰੰਗ ਖਿਲ ਗਿਆ। ਇਹ ਅਜੇ ਕੋਈ ਹੋਰ ਨਹੀਂ, ਇਹ ਮੇਰੀ ਕਲਾਸ ਵਿੱਚ ਪੜ੍ਹਨ ਵਾਲਾ ਮੇਰਾ ਬਚਪਨ ਦਾ ਦੋਸਤ ਸੀ। ਮੈਂ ਤੇ ਅਜੇ ਇੱਕ ਹੀ ਕਲਾਸ ਵਿੱਚ ਪੜ੍ਹਦੇ ਸੀ। ਉਸ ਸਮੇਂ ਸਾਡੀ ਦੋਸਤੀ ਹੋਈ ਸੀ। ਹਸਪਤਾਲ ਤੋਂ ਆਉਂਦੇ ਹੋਏ ਜਦੋਂ ਅਜੇ ਨੂੰ ਮਿਲਿਆ ਤਾਂ ਉਹ ਮੈਨੂੰ ਦੇਖਦਾ ਹੀ ਰਹਿ ਗਿਆ। ਉਸਨੇ ਮੈਨੂੰ ਕਿਹਾ ਕਿ ਨੇਹਾ, ਤੂੰ ਇੱਥੇ ਕੀ ਕਰ ਰਹੀ ਹੈ? ਮੈਂ ਸੁਣਿਆ ਸੀ ਕਿ ਤੇਰਾ ਵਿਆਹ ਹੋ ਗਿਆ। ਤੇਰਾ ਪਤੀ ਕਿੱਥੇ ਹੈ? ਉਹ ਤੇਰੇ ਨਾਲ ਕਿਉਂ ਨਹੀਂ ਹੈ? ਉਸਦੀਆਂ ਇਹ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ। ਉਸਨੇ ਮੈਨੂੰ ਪੁੱਛਿਆ ਕਿ ਤੂੰ ਰੋ ਕਿਉਂ ਰਹੀ ਹੈ? ਚੱਲ ਕਿਤੇ ਬੈਠਦੇ ਹਾਂ। ਮੈਂ ਵੀ ਆਪਣੇ ਮਨ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ, ਇਸ ਲਈ ਅਸੀਂ ਨੇੜੇ ਹੀ ਇੱਕ ਛੋਟੇ ਜਿਹੇ ਹੋਟਲ ਵਿੱਚ ਚਾਹ ਪੀਣ ਲਈ ਬੈਠ ਗਏ। ਮੈਂ ਅਜੇ ਨੂੰ ਆਪਣੀ ਪੂਰੀ ਆਪਬੀਤੀ ਸੁਣਾਈ। ਅਜੇ ਸਭ ਸੁਣ ਕੇ ਸੁੰਨ ਹੋ ਗਿਆ। ਨੇਹਾ, ਤੂੰ ਕਲਾਸ ਵਿੱਚ ਸਭ ਤੋਂ ਸੋਹਣੀ ਸੀ। ਮੈਂ ਤੈਨੂੰ ਪਸੰਦ ਵੀ ਕਰਦਾ ਸੀ, ਪਰ ਅਚਾਨਕ ਤੂੰ ਗਾਇਬ ਹੋ ਗਈ ਤੇ ਮੈਂ ਜਦੋਂ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਤੇਰਾ ਵਿਆਹ ਹੋ ਗਿਆ ਹੈ। ਮੈਂ ਇਹ ਖਬਰ ਸੁਣ ਕੇ ਟੁੱਟ ਗਿਆ ਸੀ। ਮੇਰੀ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਸੀ, ਇਸ ਲਈ ਮੈਂ ਵਿਦੇਸ਼ ਚਲਿਆ ਗਿਆ। ਕੁਝ ਦਿਨ ਪਹਿਲਾਂ ਹੀ ਵਾਪਸ ਆਇਆ ਹਾਂ। ਪਰ ਨੇਹਾ, ਤੂੰ ਇੰਨਾ ਸਭ ਕਿਵੇਂ ਬਰਦਾਸ਼ਤ ਕਰ ਰਹੀ ਹੈ? ਮੈਂ ਕਿਹਾ, ਇਹ ਸਭ ਬਰਦਾਸ਼ਤ ਕਰਨਾ ਮੇਰੀ ਮਜਬੂਰੀ ਬਣ ਗਿਆ ਹੈ। ਮੈਂ ਕਿਹਾ, ਹੁਣ ਮੈਂ ਚੱਲਦੀ ਹਾਂ, ਬਹੁਤ ਦੇਰ ਹੋ ਗਈ ਹੈ। ਅਜੇ ਨੇ ਮੈਨੂੰ ਪੁੱਛਿਆ ਕਿ ਤੇਰਾ ਘਰ ਕਿੱਥੇ ਹੈ। ਮੈਂ ਉਸਨੂੰ ਕਿਹਾ, ਤੂੰ ਇਹ ਜਾਣ ਕੇ ਕੀ ਕਰੇਂਗਾ? ਜੇ ਕਦੇ ਤੂੰ ਮੇਰੇ ਘਰ ਆ ਵੀ ਗਿਆ ਤਾਂ ਮੇਰਾ ਪਤੀ ਤਾਂ ਪਹਿਲਾਂ ਹੀ ਬਿਨਾਂ ਵਜ੍ਹਾ ਮੇਰੇ 'ਤੇ ਸ਼ੱਕ ਕਰਦਾ ਹੈ, ਫਿਰ ਉਸਦਾ ਸ਼ੱਕ ਯਕੀਨ ਵਿੱਚ ਬਦਲ ਜਾਵੇਗਾ। ਇਸ ਲਈ ਮੇਰਾ ਘਰ ਜਾਣ ਕੇ ਕੀ ਕਰਨਾ ਹੈ? ਹੁਣ ਮੈਂ ਚੱਲਦੀ ਹਾਂ। ਪਰ ਅਜੇ ਨੇ ਕਿਹਾ, ਰੁਕ ਜਾ ਨੇਹਾ, ਮੈਂ ਵਾਅਦਾ ਕਰਦਾ ਹਾਂ ਮੈਂ ਤੇਰੇ ਘਰ ਨਹੀਂ ਆਵਾਂਗਾ, ਫਿਰ ਵੀ ਮੈਨੂੰ ਆਪਣੇ ਘਰ ਦਾ ਪਤਾ ਤਾਂ ਦੱਸ ਦੇ। ਮੈਂ ਜਦੋਂ ਅਜੇ ਨੂੰ ਆਪਣੇ ਸਸੁਰਾਲ ਦਾ ਪਿੰਡ ਦੱਸਿਆ ਤਾਂ ਉਹ ਸੁਣ ਕੇ ਹੈਰਾਨ ਹੋ ਗਿਆ ਤੇ ਕਹਿਣ ਲੱਗਿਆ ਕਿ ਤੇਰਾ ਵਿਆਹ ਤਾਂ ਮੇਰੇ ਪਿੰਡ ਹੀ ਹੋਇਆ ਹੈ। ਅੱਛਾ, ਤਾਂ ਤੇਰਾ ਵਿਆਹ ਉਸੇ ਰਵੀ ਨਾਲ ਹੋਇਆ ਹੈ ਜੋ ਸਾਰਾ ਦਿਨ ਸ਼ਰਾਬ ਦੇ ਨਸ਼ੇ ਵਿੱਚ ਚੂਰ ਰਹਿੰਦਾ ਹੈ। ਉਸਦੇ ਸ਼ਰਾਬ ਪੀਣ ਤੋਂ ਉਸਦੀ ਮਾਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਸਦਾ ਵਿਆਹ ਨਹੀਂ ਹੋ ਰਿਹਾ ਸੀ। ਅਜੇ ਨੇ ਕਿਹਾ, ਤੇਰੇ ਨਾਲ ਬਹੁਤ ਗਲਤ ਹੋਇਆ ਜੋ ਤੈਨੂੰ ਉਸ ਨਸ਼ੇੜੀ ਦੇ ਪੱਲੇ ਪਾ ਦਿੱਤਾ ਗਿਆ। ਨੇਹਾ, ਜਾਂਦੇ ਜਾਂਦੇ ਮੈਨੂੰ ਆਪਣਾ ਫ਼ੋਨ ਨੰਬਰ ਦੇ ਜਾ। ਮੈਂ ਅਜੇ ਨੂੰ ਆਪਣਾ ਨੰਬਰ ਦੇ ਦਿੱਤਾ ਅਤੇ ਰਿਕਸ਼ੇ ਵਿੱਚ ਬੈਠ ਕੇ ਘਰ ਆ ਗਈ। ਘਰ ਆਉਂਦੇ ਹੀ ਦੇਖਿਆ ਕਿ ਘਰ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਮੈਨੂੰ ਦੇਖਦੇ ਹੀ ਮੇਰੀ ਸੱਸ ਮੈਨੂੰ ਫੜ ਕੇ ਰੋਣ ਲੱਗੀ। ਮੈਂ ਆਪਣੀ ਸੱਸ ਨੂੰ ਸੰਭਾਲਿਆ। ਸਮਾਜ ਤੇ ਲੋਕ ਲੱਜ ਦੀ ਵਜ੍ਹਾ ਕਰਕੇ ਮੈਂ 2 ਹੰਝੂ ਵਹਾ ਦਿੱਤੇ, ਪਰ ਸੱਚ ਕਹਾਂ ਤਾਂ ਮੈਨੂੰ ਰਵੀ ਵਰਗੇ ਪਤੀ ਦੇ ਮਰਨ ਦਾ ਭੋਰਾ ਵੀ ਦੁੱਖ ਨਹੀਂ ਸੀ। ਮੇਰਾ ਪਤੀ ਰਵੀ ਇਸ ਦੁਨੀਆ ਤੋਂ ਜਾ ਚੁੱਕਿਆ ਸੀ, ਜ਼ਿਆਦਾ ਸ਼ਰਾਬ ਪੀਣ ਕਰਕੇ। ਰਵੀ ਦੀ ਮੌਤ ਤੋਂ ਬਾਅਦ ਮੈਂ ਆਪਣੀ ਸੱਸ ਨਾਲ ਹੀ ਰਹਿੰਦੀ ਸੀ। ਅਜੇ ਵੀ ਉਸੇ ਪਿੰਡ ਦਾ ਸੀ। ਉਹ ਕਦੇ ਕਦੇ ਸਾਡੇ ਘਰ ਗੇੜਾ ਮਾਰ ਜਾਂਦਾ। ਮੇਰੀ ਸੱਸ ਵੀ ਉਸਨੂੰ ਦੇਖ ਕੇ ਖੁਸ਼ ਹੁੰਦੀ। ਮੈਂ ਆਪਣੀ ਸੱਸ ਨੂੰ ਦੱਸ ਦਿੱਤਾ ਸੀ ਕਿ ਅਜੇ ਮੇਰੇ ਨਾਲ ਹੀ ਪੜ੍ਹਦਾ ਸੀ। ਅਜੇ ਮੇਰੀ ਸੱਸ ਨੂੰ ਉਸਦਾ ਦੁੱਖ ਸੁੱਖ ਵੀ ਪੁੱਛਦਾ। ਉਹ ਇੱਕ ਚੰਗਾ ਮੁੰਡਾ ਸੀ। ਜਦੋਂ ਕਦੇ ਮੈਂ ਹਸਪਤਾਲ ਜਾਣਾ ਹੁੰਦਾ ਤਾਂ ਮੇਰੀ ਸੱਸ ਮੈਨੂੰ ਅਜੇ ਨਾਲ ਹੀ ਭੇਜ ਦਿੰਦੀ। ਇਸੇ ਤਰ੍ਹਾਂ ਮੇਰੇ 9 ਮਹੀਨੇ ਪੂਰੇ ਹੋ ਗਏ ਤੇ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਆਪਣਾ ਪੋਤਾ ਦੇਖ ਕੇ ਮੇਰੀ ਸੱਸ ਬਹੁਤ ਖੁਸ਼ ਹੋਈ। ਮੈਂ ਵੀ ਬਹੁਤ ਖੁਸ਼ ਸੀ, ਪਰ ਸਾਡੀ ਖੁਸ਼ੀ ਕੁਝ ਦਿਨਾਂ ਤੱਕ ਹੀ ਟਿਕੀ। ਇੱਕ ਦਿਨ ਮੈਂ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਤੇ ਮੇਰੀ ਸੱਸ ਮੇਰੇ ਬੇਟੇ ਦੀ ਮਾਲਿਸ਼ ਕਰ ਰਹੀ ਸੀ। ਕੋਈ ਸਾਡੇ ਘਰ ਦਾ ਦਰਵਾਜ਼ਾ ਜ਼ੋਰ ਨਾਲ ਖੜਕਾ ਰਿਹਾ ਸੀ। ਅਸੀਂ ਦੋਨੋਂ ਡਰ ਗਈਆਂ। ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਬੱਚੇ ਨੂੰ ਲੈ ਕੇ ਅੰਦਰ ਚਲੇ ਜਾਓ। ਉਹ ਅੰਦਰ ਗਈ ਤਾਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਕੁੜੀ ਸੀ ਜੋ ਉੱਚੀ ਉੱਚੀ ਮੈਨੂੰ ਕਹਿ ਰਹੀ ਸੀ ਕਿ ਜੇ ਖੈਰ ਚਾਹੁੰਦੀ ਹੈ ਤਾਂ ਮੇਰੇ ਭਰਾ ਦਾ ਪਿੱਛਾ ਛੱਡ ਦੇ, ਨਹੀਂ ਤਾਂ ਬਹੁਤ ਬੁਰਾ ਹੋਵੇਗਾ। ਮੈਂ ਉਸਨੂੰ ਪੁੱਛਿਆ ਕਿ ਤੂੰ ਕੌਣ ਹੈ ਤੇ ਮੈਂ ਕਿਸ ਦਾ ਪਿੱਛਾ ਛੱਡ ਦੇਵਾਂ। ਉਸ ਕੁੜੀ ਦੀ ਆਵਾਜ਼ ਸੁਣ ਕੇ ਮੇਰੀ ਸੱਸ ਵੀ ਉੱਥੇ ਆ ਗਈ। ਮੇਰੀ ਸੱਸ ਨੇ ਕਿਹਾ, ਇਹ ਤਾਂ ਅਜੇ ਦੀ ਭੈਣ ਹੈ। ਕੀ ਹੋਇਆ ਬੇਟਾ, ਕਿਉਂ ਰੌਲਾ ਪਾ ਰਹੀ ਹੈ? ਉਸਨੇ ਕਿਹਾ, ਤੁਹਾਡੀ ਨੂੰਹ ਕਰਕੇ ਮੇਰੇ ਭਰਾ ਦੀ ਬਦਨਾਮੀ ਹੋ ਰਹੀ ਹੈ। ਮੇਰੀ ਸੱਸ ਨੇ ਕਿਹਾ, ਦੇਖ ਬੇਟਾ, ਮੈਂ ਪਿੰਡ ਵਿੱਚ ਕਿਸੇ ਦਾ ਮੂੰਹ ਤਾਂ ਨਹੀਂ ਬੰਦ ਕਰ ਸਕਦੀ, ਲੋਕਾਂ ਦਾ ਮੂੰਹ ਤਾਂ ਨਹੀਂ ਫੜਿਆ ਜਾ ਸਕਦਾ, ਪਰ ਮੈਨੂੰ ਪਤਾ ਹੈ ਕਿ ਅਜਿਹਾ ਕੁਝ ਨਹੀਂ ਹੈ। ਲੋਕ ਤਾਂ ਲਾਚਾਰ ਤੇ ਬੇਬਸ ਲੋਕਾਂ ਦੀ ਹੀ ਝੂਠੀ ਅਫਵਾਹ ਉਡਾਉਂਦੇ ਹਨ। ਦੁਨੀਆ ਚਾਹੇ ਕੁਝ ਵੀ ਕਹੇ, ਪਰ ਮੈਨੂੰ ਆਪਣੀ ਨੂੰਹ 'ਤੇ ਪੂਰਾ ਭਰੋਸਾ ਹੈ ਕਿ ਉਹ ਕੋਈ ਵੀ ਅਜਿਹਾ ਗਲਤ ਕੰਮ ਨਹੀਂ ਕਰ ਸਕਦੀ ਜਿਸ ਨਾਲ ਸਾਨੂੰ ਸ਼ਰਮਿੰਦਾ ਹੋਣਾ ਪਵੇ। ਮੈਂ ਮੰਨਦੀ ਹਾਂ ਕਿ ਦੋਨੋਂ ਇਕੱਠੇ ਪੜ੍ਹਦੇ ਸਨ ਤੇ ਅਜੇ ਸਾਡੇ ਘਰ ਵੀ ਆ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਨੇਹਾ ਗਲਤ ਹੈ। ਜੇ ਤੂੰ ਸਮਝਾਉਣਾ ਹੈ ਤਾਂ ਆਪਣੇ ਭਰਾ ਨੂੰ ਸਮਝਾ। ਇੱਥੇ ਹੰਗਾਮਾ ਕਰਨ ਦੀ ਜ਼ਰੂਰਤ ਨਹੀਂ। ਮੇਰੀ ਨੂੰਹ ਤੇਰੇ ਭਰਾ ਨੂੰ ਸੱਦਣ ਨਹੀਂ ਜਾਂਦੀ, ਉਹ ਆਪ ਹੀ ਆਉਂਦਾ ਹੈ, ਤਾਂ ਇਸ ਵਿੱਚ ਨੇਹਾ ਦੀ ਕੀ ਗਲਤੀ? ਅਜੇ ਦੀ ਭੈਣ ਕੋਲ ਤਾਂ ਹੁਣ ਕੋਈ ਜਵਾਬ ਨਹੀਂ ਸੀ। ਹਜੇ ਮੇਰੀ ਸੱਸ ਇਹ ਸਭ ਕਹਿ ਹੀ ਰਹੀ ਸੀ ਕਿ ਅਜੇ ਤੇ ਉਸਦੇ ਘਰ ਦੇ ਵੀ ਉੱਥੇ ਆ ਗਏ। ਅਜੇ ਮੇਰੀ ਸੱਸ ਸਾਹਮਣੇ ਹੱਥ ਜੋੜ ਕੇ ਮਾफ़ੀ ਮੰਗਣ ਲੱਗਾ। ਨੇਹਾ ਇੰਨੀਆਂ ਤਕਲੀਫਾਂ ਵਿੱਚੋਂ ਗੁਜ਼ਰ ਰਹੀ ਸੀ ਤਾਂ ਉਸਦਾ ਦੋਸਤ ਹੋਣ ਨਾਤੇ ਉਸਦੀ ਛੋਟੀ ਮੋਟੀ ਮਦਦ ਕਰ ਦਿੰਦਾ ਸੀ, ਪਰ ਅਸੀਂ ਕਦੇ ਕੁਝ ਗਲਤ ਨਹੀਂ ਕੀਤਾ। ਪਤਾ ਨਹੀਂ ਕਿਉਂ ਲੋਕਾਂ ਨੇ ਸਾਡੇ ਰਿਸ਼ਤੇ ਨੂੰ ਬਦਨਾਮ ਕਰ ਦਿੱਤਾ ਹੈ, ਪਰ ਜੇ ਹੁਣ ਬਦਨਾਮ ਕਰ ਹੀ ਦਿੱਤਾ ਹੈ ਤਾਂ ਮੈਂ ਇਸ ਰਿਸ਼ਤੇ ਨੂੰ ਜਾਇਜ਼ ਨਾਮ ਦੇਣਾ ਚਾਹੁੰਦਾ ਹਾਂ। ਮੈਂ ਨੇਹਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ।
ਅਜੇ ਦੇ ਘਰ ਵਾਲੇ ਉਸਦੀ ਇਸ ਗੱਲ ਦਾ ਵਿਰੋਧ ਕਰ ਰਹੇ ਸਨ। ਉਹਨਾਂ ਨੇ ਕਿਹਾ, ਜੇ ਤੂੰ ਵਿਧਵਾ ਔਰਤ ਨਾਲ ਵਿਆਹ ਕਰਵਾਏਂਗਾ ਤਾਂ ਤੈਨੂੰ ਬੇਦਖਲ ਕਰ ਦੇਵਾਂਗੇ। ਪਰ ਅਜੇ ਨੇ ਕਿਹਾ, ਮੈਨੂੰ ਇਸ ਨਾਲ ਕੋਈ ਫਰਕ ਨਹੀਂ ਹੈ, ਚਾਹੇ ਮੈਨੂੰ ਜਾਇਦਾਦ ਮਿਲੇ ਜਾਂ ਨਾ ਮਿਲੇ। ਉਹ ਮੇਰੀ ਸੱਸ ਤੋਂ ਇਸ ਗੱਲ ਦੀ ਇਜਾਜ਼ਤ ਮੰਗਣ ਲੱਗਾ, ਪਰ ਮੈਂ ਅਜੇ ਦੀ ਇਸ ਗੱਲ ਨਾਲ ਸਹਿਮਤ ਨਹੀਂ ਸੀ। ਮੈਂ ਆਪਣੇ ਬੱਚੇ ਬਾਰੇ ਵੀ ਸੋਚਣਾ ਹੈ। ਮੈਂ ਉਸਨੂੰ ਕਿਹਾ ਕਿ ਅਜੇ ਮੈਨੂੰ ਮਾਫ਼ ਕਰ ਦੇ, ਪਰ ਮੈਂ ਇਹ ਵਿਆਹ ਨਹੀਂ ਕਰਵਾ ਸਕਦੀ। ਅਜੇ ਨੇ ਕਿਹਾ, ਨੇਹਾ ਅਜਿਹਾ ਨਾ ਕਰ, ਰੱਬ ਨੇ ਸਾਨੂੰ ਫਿਰ ਤੋਂ ਇੱਕ ਮੌਕਾ ਦਿੱਤਾ ਹੈ। ਮੈਂ ਤੇਰੇ ਬੇਟੇ ਨੂੰ ਸਕੇ ਪਿਤਾ ਵਰਗਾ ਪਿਆਰ ਦੇਵਾਂਗਾ। ਮੈਂ ਵਾਅਦਾ ਕਰਦਾ ਹਾਂ ਕਿ ਇਸ ਤੋਂ ਬਾਅਦ ਆਪਣਾ ਕੋਈ ਬੱਚਾ ਨਹੀਂ ਹੋਵੇਗਾ, ਆਪਾਂ ਬਸ ਇਹੀ ਬੱਚਾ ਰੱਖਾਂਗੇ। ਮੇਰੀ ਸੱਸ ਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ। ਉਹ ਤਾਂ ਚਾਹੁੰਦੀ ਹੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਚੰਗਾ ਇਨਸਾਨ ਆ ਜਾਵੇ। ਪਹਿਲਾਂ ਤਾਂ ਅਜੇ ਦੇ ਘਰ ਵਾਲੇ ਅਤੇ ਪਿੰਡ ਵਾਲੇ ਵਿਰੋਧ ਕਰ ਰਹੇ ਸਨ, ਪਰ ਬਾਅਦ ਵਿੱਚ ਉਹ ਵੀ ਮੰਨ ਗਏ। ਮੇਰਾ ਤੇ ਅਜੇ ਦਾ ਵਿਆਹ ਹੋ ਗਿਆ। ਅੱਜ ਮੈਂ ਅਜੇ ਨਾਲ ਬਹੁਤ ਖੁਸ਼ ਹਾਂ। ਮੇਰੀ ਸੱਸ ਵੀ ਮੇਰੇ ਨਾਲ ਹੀ ਰਹਿੰਦੀ ਹੈ, ਕਿਉਂਕਿ ਮੇਰੇ ਤੋਂ ਬਿਨਾਂ ਉਸਦਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਹੁਣ ਮੇਰੀ ਜ਼ਿੰਦਗੀ ਵਿੱਚ ਸਕੂਨ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।